हर नामा बाणी गुरु गुरु है बाणी विच बाणी अमृत सारे गुर बाणी कहे सेवक जन मानै पर तख गुरु निस्तारै बाणी बिरलो विचार सी जे को गुरमुख होए एह बाणी महापुरख की निज कर वासा होए तनासरी महला पहला कर दूजा अष्टपदियां एक ओंकार सतगुर प्रसाद गुर सागर रतनी भरपूरे अमृत संत चुगै नहीं दूरे गुर सागर रतनी भरपूरे अमृत संत चुगै नहीं दूरे हर रस चोग चुगै प्रभ पावै सरवर में हंस प्राण पत पावै क्या बग बपड़ा छपड़ी नाए कीचड़ डूब मैल न जाए रहाओ रख रख चरण तरे विचारी दुबदा छोड़ पए निरंकारी मुक्त पदार्थ हर रस चाखे आवन जान रहे गुर राखे सरवर हंसा छोड़ न जाए प्रेम भगत कर सहज समाए सरवर में हंस हंस में सागर अकाथ कथा गुर बचनी आदर सुन मंडल एक जोगी बैसे नार न पुरख कहो को कैसे त्रिभुवन ज्योत रहे लिवलाई सुर नर नाथ सच्चे शरणाई आनंद मूल अनाथ आधारी
गुरमुख भगत सहज विचारी भगत वशल भै काटन हारे हाँ मैं मार मिले पग तारे अनक जतन कर काल संताए मरण लिखाए मंडल में आए जन्म पदार्थ दुबदा खोवै आप न चीनस भ्रम भ्रम रोवै कह तो पढ़ तो सुन तो एक धीरज धर्म तरणी तर टेक जत सत संयम हृदय समाए चौथे पद का जे मन पति आए साचे निर्मल मैल न लागे गुर कै शब्द परम पाओ भागै सूरत मूरत आद अनूप नानक जाचै साच स्वरूप सूरत मूरत आद अनूप नानक जाचै साच स्वरूप। वाहिगुरु जी का खालसा वाहिगुरु जी की फतेह। शब्द हजारे पातशाही 10वीं दी विचार सिख कौम दे महान विद्वान बाबा बंता सिंह जी मुख सेवादार संप्रदाय बाबा विधि चंद साहिब मुंडा पिंड वाले आप जी नूं सरवण करवाउणगे। 3 तरीक तक उन्हां दा समा है। अज शाम तो सोदर दे पाठ का समा तब्दील होवेगा। शाम नूं 6 बजे पाठ की आरंभता होवेगी। जो रोज दे सत्संगी हैं वो समा जरूर नोट कर लैन। वाहिगुरु जी का खालसा वाहिगुरु जी की फतेह। गुरु हर राय साहब 7वें पातशाह महाराज जी का पवित्र पावन प्रकाश गुरपुरब कल 29 तरीक नूं है। सवेरे 5 बजे तो लैके 11 बजे तक बहुत चाह उमा शरदा सत्कार दे नाल ये पावन गुरपुरब इस स्थान ते मनाया जाना है। आप जी ने सेवा करके हाजरियां भर के गुरु कियां बख्शिशां प्राप्त करनियां जी। वाहिगुरु जी का खालसा वाहिगुरु जी की फतेह। गुरु गोबिंद गोपाल गुरु गुरपूरन नारायण है। गुरु दयाल समरथ गुरु गुरु नानक पतत उदाहरण है। मूक
ਉਚਰੈ ਸ਼ਾਸਤਰ ਖਟ, ਪਿੰਗ ਗਿਰਨ ਚੜ ਜਾਏ। ਅੰਧ ਲਖੈ ਬਦਰੋ ਸੁਨੈ, ਜੋ ਕਾਲ ਕਿਰਪਾ ਕਰਾਏ। ਚਵਰ ਛਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੋਦ ਵਿੱਚ ਬਿਰਾਜਮਾਨ ਗੁਰੂ ਸਰੂਪ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ, ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਇਕੱਤਰ ਹੋ ਕਰਕੇ ਆਪ ਸਰਬੱਤ ਸੰਗਤਾਂ ਅੰਮ੍ਰਿਤਮਈ ਬਾਣੀ ਦਾ ਕੀਰਤਨ ਸਰਵਣ ਕਰ ਰਹੇ ਹੋ। ਦੀਨ ਦੁਨੀਆ ਦੇ ਮਾਲਕ ਬਾਲਾ ਪ੍ਰੀਤਮ ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨ ਛੋਹ ਪ੍ਰਾਪਤ ਅਸਥਾਨ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਗੁਰੂ ਮਹਾਰਾਜ ਜੀ ਦੀ ਪਵਿੱਤਰ ਬਾਣੀ ਦੀ ਲੜੀਵਾਰ ਕਥਾ ਸਰਵਣ ਕਰਨ ਦੇ ਲਈ ਕੁਝ ਸਮਾਂ ਮਨ ਚਿਤ ਬਿਰਤੀਆਂ ਨੂੰ ਇਕਾਗਰਤਾ ਬਖਸ਼ੋ। ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੀ ਪਵਿੱਤਰ ਬਾਣੀ ਜੋ ਸ਼੍ਰੀ ਦਸਮ ਗ੍ਰੰਥ ਹੈ, ਉਸ ਮਹਾਨ ਰਚਨਾ ਨੂੰ ਸਿੱਖ ਜਗਤ ਦੀ ਝੋਲੀ ਪਾ ਕੇ ਇਹ ਐਲਾਨ ਕੀਤਾ ਸੀ ਵੀ ਇਹ ਬਾਣੀ ਅਸੀਂ ਇਸ ਲਈ ਲਿਖੀ ਹੈ, ਦਸਮ ਕਥਾ ਭਗਉਤ ਕੀ ਭਾਖਾ ਕਰੀ ਬਨਾਏ, ਅਵਰ ਬਾਸਨਾ ਨਾਹੇ ਪ੍ਰਭ ਧਰਮ ਜੁੱਧ ਕੇ ਚਾਏ। ਇਹ ਸੂਰਬੀਰਾਂ ਦੀਆਂ ਗਾਥਾਂ, ਜੰਗਾਂ ਜੁੱਧਾਂ ਦੀਆਂ ਗਾਥਾਂ ਇਹ ਇਸ ਲਈ ਉਚਾਰਨ ਕੀਤੀਆਂ ਨੇ, ਇਹਨਾਂ ਨੂੰ ਪੜ੍ਹ ਸੁਣ ਕਰਕੇ ਤੁਹਾਡੇ ਅੰਦਰ ਜਿੱਥੇ ਸਥੂਲ ਦੁਨੀਆ ਵਿੱਚ ਗੁਲਾਮੀ ਦੇ ਸੰਗਲ ਤੋੜਨ ਦੀਆਂ ਬਰਕਤਾਂ ਪੈਦਾ ਹੋ ਸਕਣ, ਉੱਥੇ ਸੂਖਸ਼ਮ ਦੁਨੀਆ ਵਿੱਚ ਜਿਹੜੇ ਕਾਮ ਕ੍ਰੋਧ ਲੋਭ ਵੈਰੀ ਨੇ ਉਹਨਾਂ ਦਾ ਮੁਕਾਬਲਾ ਕਰਨ ਲਈ ਤੁਹਾਡਾ ਮਨ ਸਾਹਸ ਦੇ ਵਿੱਚ ਰਵੇ, ਗਿਆਨ ਦੀ ਖੜਗ ਲੈ ਕੇ ਵਿਕਾਰਾਂ ਨੂੰ ਵੱਢ ਸੁੱਟੇ ਤੇ ਸਥੂਲ ਦੁਨੀਆ ਵਿੱਚ ਚੰਡੀ ਲੈ ਕੇ ਤਲਵਾਰ ਲੈ ਕੇ ਇਨਸਾਨੀਅਤ ਦੇ ਦੁਸ਼ਮਣਾਂ ਨੂੰ ਗੁਲਾਮੀ ਦੇ ਸੰਗਲਾਂ ਨੂੰ ਵੱਢ ਸਕੇ। ਕਹਿੰਦੇ ਇਹੀ ਇੱਕ ਵਾਸ਼ਨਾ ਹੈ, ਇਸ ਕਰਕੇ ਮੈਂ ਇਹ ਬਾਣੀ ਰਚੀ ਹੈ, ਹੋਰ ਕੋਈ ਵਾਸ਼ਨਾ ਨਹੀਂ ਹੈ। ਦੀਨ ਦੁਨੀਆ ਦੇ ਮਾਲਕ ਨੇ ਆਪ ਹੀ ਇਹ ਗੱਲ ਕਹਿ ਦਿੱਤੀ ਹੈ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ। ਕਹਿੰਦੇ ਸਾਡੇ ਤੋਂ ਬਾਅਦ ਸਾਡਾ ਪ੍ਰਗਟ ਸਰੂਪ ਗੁਰੂ ਗ੍ਰੰਥ ਸਾਹਿਬ ਨੇ, 11ਵੇਂ ਗੁਰੂ ਨੇ, ਔਰ ਸਾਡੀ ਜੋ ਬਾਣੀ ਹੈ ਉਹਨੂੰ ਧਰਮ ਯੁੱਧ ਦਾ ਚਾਅ ਪੈਦਾ ਕਰਨ ਲਈ ਪੜ੍ਹਨਾ ਹੈ। ਖੈਰ ਉਸ ਬਾਣੀ ਦੇ ਅੰਦਰ 709 ਅੰਗ ਉੱਪਰ ਸ਼ਬਦ ਹਜ਼ਾਰੇ ਪਾਤਸ਼ਾਹੀ ਦਸਵੀਂ ਇਹ ਬਾਣੀ ਅੰਕਿਤ ਕੀਤੀ ਹੈ ਪਾਤਸ਼ਾਹ ਨੇ। ਔਰ ਇਸ ਬਾਣੀ ਦੇ ਅੰਦਰ ਵੈਰਾਗ ਦੇ ਬਚਨ ਨੇ, ਪ੍ਰੇਮ ਦੇ ਬਚਨ ਨੇ। ਦੇਖੋ ਜਗਤ ਅੰਦਰ ਪ੍ਰਭੂ ਪਰਮੇਸ਼ਰ ਨੇ ਉਸ ਅਕਾਲੀ ਜੋਤ ਨੇ 10 ਜਾਮੇ ਬਦਲੇ ਨੇ, 10 ਸ਼ਰੀਰ ਬਦਲੇ ਨੇ। ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਤੱਕ, ਔਰ ਅੱਜ ਉਹ ਅਕਾਲੀ ਜੋਤ ਪੋਥੀ ਪਰਮੇਸ਼ਰ ਕਾ ਥਾਨ, ਉਸ ਪੋਥੀ ਵਿੱਚ ਅਕਾਲੀ ਜੋਤ ਸਮਾਈ ਹੈ, ਜਿਸ ਪੋਥੀ ਨੂੰ ਅਸੀਂ ਕਹਿੰਦੇ ਹਾਂ ਧੰਨ ਧੰਨ ਸ੍ਰੀ ਗੁਰੂ
ਗ੍ਰੰਥ ਸਾਹਿਬ ਜੀ ਮਹਾਰਾਜ ਉਸ ਪਰਮਾਤਮਾ ਨੇ ਦਸਾਂ ਜਾਮਿਆਂ ਦੇ ਰਾਹੀਂ ਜੋ ਆਪਣੇ ਦੇਸ਼ ਦੀ ਬਾਣੀ ਇਸ ਦੁਨੀਆ ਅੰਦਰ ਲੈ ਕੇ ਆਂਦੀ, ਸਾਡੇ ਦੁੱਖਾਂ ਦੀ ਨਿਵਰਤੀ ਲਈ ਤੁਰਕੀ ਬਾਣੀ ਆਈ, ਇਹਨੇ ਸਗਲੀ ਚਿੰਤ ਮਿਟਾਈ, ਸਮੁੱਚੇ ਮਨ ਦੇ ਤਨ ਦੇ ਰੋਗ ਮਿਟਾਉਣ ਲਈ ਬਾਣੀ ਲੈ ਕੇ ਆਏ। 10 ਸ਼ਰੀਰਾਂ ਦੇ ਰਾਹੀਂ ਪਾਤਸ਼ਾਹ ਇਸ ਦੁਨੀਆ ਤੇ ਬਾਣੀ ਦਾ ਆਗਾਜ਼ ਲੈ ਕੇ ਆਏ। ਦੇਖੋ, ਗੁਰੂ ਗ੍ਰੰਥ ਸਾਹਿਬ ਅਤੇ 10 ਪਾਤਸ਼ਾਹੀਆਂ ਵਿੱਚ ਭੇਦ ਕੋਈ ਨਹੀਂ ਹੈ, ਜੋਤ ਇੱਕ ਹੀ ਹੈ। ਜੋਤ 오ਹਾ ਜੁਗਤ ਸਾਈ ਸਹਿ ਕਾਇਆ ਫੇਰ ਪਲਟੀ ਹੈ। ਕਹਿੰਦੇ ਦੇਖੋ, ਜੋਤ ਉਹੀ ਹੈ, ਦਾ ਸੇਮ ਇਜ਼ ਦਾ ਡਿਵਾਈਨ ਲਾਈਟ। ਜੋਤ ਉਹੀ ਹੈ, ਕੇਵਲ ਸਰੀਰ ਬਦਲ ਰਹੇ ਨੇ। ਲਾਈਟ ਉਹੀ ਹੈ, ਬਲਬਾਂ ਦੇ ਵਾਟ ਵਿੱਚ ਹੀ ਫਰਕ ਆ, ਕੋਈ 20 ਵਾਟ ਦਾ, ਕੋਈ 30 ਵਾਟ ਦਾ। ਕਿਤੇ 5 ਵਰਿਆਂ ਦੇ ਗੁਰੂ ਹਰਕ੍ਰਿਸ਼ਨ ਸਾਹਿਬ ਨੇ, ਕਿਤੇ 9 ਵਰਿਆਂ ਦੇ ਕਲਗੀਧਰ ਪਾਤਸ਼ਾਹ ਤਖਤ ਮਾਣ ਰਹੇ ਨੇ, ਕਿਤੇ 11 ਵਰਿਆਂ ਦੇ ਗੁਰੂ ਹਰਗੋਬਿੰਦ ਸਾਹਿਬ ਤਖਤ ਮਾਣ ਰਹੇ ਨੇ। ਖੈਰ, ਜੋਤ ਉਹੀ ਹੈ, ਸੋਚ ਉਹੀ ਹੈ, ਵਿਚਾਰ ਉਹੀ ਹੈ, ਬਾਣੀ ਉਹੀ ਹੈ, ਕੇਵਲ ਸਰੀਰ ਬਦਲਦੇ ਗਏ ਨੇ। ਇਸ ਕਰਕੇ ਥੋੜਾ ਜਿਹਾ ਖਿਆਲ ਰੱਖਿਓ, ਜਿਹੜੀ ਜੋਤ ਗੁਰੂ ਨਾਨਕ ਪਾਤਸ਼ਾਹ ਦੇ ਅੰਦਰ ਹੈ ਉਹੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੇ ਅੰਦਰ ਹੈ। ਪ੍ਰਭੂ ਨੇ ਕਾਇਆ ਪਲਟੀ ਹੈ, ਜੋਤ ਉਹੀ ਰਹੀ ਹੈ। ਜਾਮਾ ਪਲਟਿਆ ਹੈ, ਜੋਤ ਉਹੀ ਰਹੀ ਹੈ। ਇੱਕ ਦ੍ਰਿਸ਼ਟਾਂਤ ਹੈ, ਦੇਖੋ, ਰਾਜਾ ਜਿਹੜਾ ਹੈ ਨਾ, ਰਾਜਾ ਜਦੋਂ ਆਪਣੇ ਮਹਿਲਾਂ ਵਿੱਚ ਹੈ, ਉਹਦੀ ਪੋਸ਼ਾਕ ਦਾ ਰੰਗ ਰੂਪ ਕੁਝ ਹੋਰ ਹੋਵੇਗਾ। ਜਦੋਂ ਰਾਜ ਮਹਿਲ ਵਿੱਚੋਂ ਨਿਕਲ ਕੇ ਦਰਬਾਰ ਵਿੱਚ ਆਉਂਦਾ ਹੈ, ਉਹਦੇ ਵਸਤਰ ਕੁਝ ਹੋਰ ਹੋਣਗੇ। ਜਿੱਦਾਂ ਤੁਸੀਂ ਘਰ ਹੋਰ ਕੱਪੜੇ ਪਾਉਂਦੇ ਹੋ, ਦਫ਼ਤਰ ਵਿੱਚ ਜਾਣ ਲੱਗੇ ਹੋਰ ਪਾਉਂਦੇ ਹੋ, ਸੌਣ ਲੱਗੇ ਹੋਰ ਕੱਪੜੇ ਪਾਉਂਦੇ ਹੋ। ਰਾਜਾ ਰਾਜ ਮਹੱਲ ਵਿੱਚ ਹੋਰ ਵਸਤਰ ਪਹਿਨ ਰਿਹਾ ਹੈ, ਦਰਬਾਰ ਦੇ ਵਿੱਚ ਹੋਰ ਵਸਤਰ ਪਹਿਨ ਰਿਹਾ ਹੈ, ਆਰਾਮ ਦੇ ਸਮੇਂ ਹੋਰ ਵਸਤਰ ਪਹਿਨ ਰਿਹਾ ਹੈ। ਹੁਣ ਧਿਆਨ ਰੱਖਿਓ, ਵਸਤਰ ਬਦਲੇ ਨੇ ਕਿ ਰਾਜਾ ਵੀ ਬਦਲ ਗਿਆ ਹੈ? ਗੱਲ ਸਾਫ਼ ਹੈ ਵੀ ਲਿਬਾਸ ਬਦਲਿਆ ਹੈ, ਪੋਸ਼ਾਕ ਬਦਲੀ ਹੈ, ਰਾਜਾ ਨਹੀਂ ਬਦਲਿਆ, ਰਾਜਾ ਉਹੀ ਹੈ। ਇਸੇ ਤਰ੍ਹਾਂ ਪ੍ਰਮਾਤਮਾ ਸਰੂਪ ਰਾਜਾ ਉਹੀ ਹੈ, ਕਾਇਆ ਬਦਲੀ ਹੈ, ਸਰੀਰ ਬਦਲਿਆ ਹੈ, ਜਾਮਾ ਬਦਲਿਆ। ਇਸ ਕਰਕੇ ਕਦੇ ਵੀ ਇਹ ਕੁਤਰਕ ਨਹੀਂ ਸਾਧਨਾ ਵੀ ਗੁਰੂ ਨਾਨਕ ਪਾਤਸ਼ਾਹ ਹੋਰ ਨੇ, ਗੁਰੂ ਗੋਬਿੰਦ ਸਿੰਘ ਮਹਾਰਾਜ ਹੋਰ ਨੇ। ਕਿਉਂਕਿ ਕਈ ਵੀਰ ਕਹਿ ਦਿੰਦੇ ਨੇ ਜੀ ਅਸੀਂ ਤੇ ਗੁਰੂ ਨਾਨਕ ਦੇ ਸਿੱਖ ਹਾਂ, ਕਲਗੀਧਰ ਪਾਤਸ਼ਾਹ ਤੇ ਗਰਮ ਬੜੇ ਨੇ, ਅਸੀਂ ਤੇ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਿੱਖ ਹਾਂ, ਗੁਰੂ ਨਾਨਕ ਸਾਹਿਬ ਤੇ ਫਕੀਰ ਠੰਡੇ ਬੜੇ ਨੇ। ਇਹ ਨਹੀਂ ਹੈ। ਯਾਦ ਰੱਖ, ਗੁਰੂ ਨਾਨਕ ਪਾਤਸ਼ਾਹ, ਗੁਰੂ ਗੋਬਿੰਦ ਸਿੰਘ ਪਾਤਸ਼ਾਹ, ਗੁਰੂ ਅਰਜਨ ਸਾਹਿਬ ਪਾਤਸ਼ਾਹ ਸਾਰੇ ਹੀ ਉਸ ਪਰਮਾਤਮਾ ਰੂਪੀ ਕੁੱਲ ਕਾਇਨਾਤ ਦੇ ਮਾਲਕ ਦੀ ਜਿਹੜੀ ਉਹ ਜੋਤ ਹੈ, ਕੁੱਲ ਬਰਕਤਾਂ ਦੀ ਮਾਲਕ ਜੋ ਜੋਤ ਹੈ, ਉਹਦੇ ਜਾਮੇ ਨੇ, ਉਹਦੇ ਚੋਲੇ ਨੇ, ਜੋ ਸਮਾਂ ਆਉਣ ਤੇ ਬਦਲੇ ਗਏ। ਹੁਣ ਦੇਖੋ, ਇਸ ਗੱਲ ਵੱਲ ਧਿਆਨ ਦਿਓ। ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਪਰਮਾਤਮਾ ਦੀ ਜੋਤ ਗੁਰੂ ਨਾਨਕ ਸਾਹਿਬ ਦੇ ਰਾਹੀਂ ਦੁਨੀਆ ਵਿੱਚ ਆਈ ਹੈ। ਗੁਰੂ ਨਾਨਕ ਰੂਪੀ ਸਰੂਪ ਉਸਨੇ ਧਾਰਨਾ ਕੀਤਾ ਹੈ। ਆਖਣ ਲੱਗੇ, he has caused himself to be called as Guru Nanak। ਉਸ ਖੁਦਾ ਨੇ ਨਿਰਣਾ ਕੀਤਾ ਵੀ ਮੈਂ ਹੁਣ ਤੋਂ ਗੁਰੂ ਨਾਨਕ ਅਖਵਾਵਾਂਗਾ, ਔਰ ਦੁਨੀਆ ਤੇ ਆ ਗਿਆ ਹੈ। ਜਦੋਂ ਉਹ ਚੋਲਾ ਪੁਰਾਣਾ ਹੋ ਗਿਆ, ਜੋ ਦੂਸਰਾ ਜਾਮਾ ਬਦਲਿਆ, ਤਾਂ ਤੇ ਅੰਗਦ ਭਇਓ, ਤਾਤੇ ਅੰਗਦ ਭਇਓ, ਤਤ ਸਿਉ ਤਤ ਮਿਲਾਇਓ, ਅੰਗਦ ਕਿਰਪਾ ਧਾਰ, ਅਮਰ ਸਤਗੁਰ ਥਿਰ ਕੀਓ। ਇਹ ਲਿਬਾਸ ਬਦਲ ਰਹੇ ਨੇ। ਗੁਰੂ ਅੰਗਦ ਸਾਹਿਬ ਬਣ ਗਏ, ਗੁਰੂ ਅਮਰਦਾਸ, ਗੁਰੂ ਰਾਮਦਾਸ, ਗੁਰੂ ਅਰਜਨ ਪ੍ਰਤੱਖ ਹਰ ਬਣ ਗਏ।
गुरु हरगोबिंद साहिब, गुरु हर राय साहिब, गुरु हर कृष्ण साहिब बन गए, गुरु तेग बहादुर साहिब बन गए। ओही जोत अज गुरु गोबिंद सिंह साहिब सच्चे पातशाह दे विच विद्यमान है, सुभाएमान है, बैठी हुई है। राजा नहीं बदलिया, कपड़े बदले ने। फिर विदकरा क्यों है बाणियां विच? जदों राजा ओही है, बचन ओही ने, विचार ओही ने, शरीर बदल रहे ने, तो फिर गुरु नानक दे रूप विच जदों महाराज ने ये ऐलान किया भी ये जो मैं बोल लैके आया हाँ, जैसी मैं आवे खसम की बाणी तैसड़ा करी ज्ञान वे लालो। कहते लालो, as the word of the Lord comes to me, as the word of the Lord comes to me, so I do utter that word। जो खुदा मेरे राही बोलियां बुलाउण दियां बरकतां दे रहा है, मेरे राही बोल दुनिया दे सामने रखने चाहुंदा है, मैं ओही बोल रहा हाँ। रंचक मात्र भी मैं अपने वल्लों नहीं बोल रहा। उस परमात्मा रूपी राजे ने गुरु नानक रूपी जामा पहन के आख दिता भी ये बोल दुनिया दे भले लई मैं लैके आया हाँ। फिर ओही प्रभु गुरु अंगद साहिब विच बह के बोल रहे सन। गुरु अमरदास के रूप विच भी बोले ने, गुरु रामदास जी के रूप विच बोले, ते जदों गुरु अर्जन साहिब के रूप विच बोले, पातशाह ने कह दिता हूं आप हों बोल ना जानदा, मैं कहया सब हुक्माओ जियो। जो खुदा दे बोल ने कहंदे मैं बोल रहा हाँ, मैनू आप नू कुछ नहीं आउंदा। ओही जोत जदों गुरु तेग बहादुर साहिब विच बैठी ते पातशाह ने भी बाणी उचारी है। ओही जोत जदों गुरु गोबिंद सिंह रूपी 10वें जामे विच प्रवेश हुई है, विद्यमान हुई है, ते दीन दुनिया दे मालक ने भी ओही बचन कीते, क्योंकि विचार होई सी, जोत होई सी। कहंदे जो निज प्रभ मोह सो कहा, सो कहे हो जग माहे। जो उन्हें कहा है मैं कह रहा हाँ। ते जदों बोल खुदा दे ने, कहण वाले जामे बदल रहे ने, ते फिर बोलां दे विच वखवाद क्यों है, पखवाद क्यों है? गुरु नानक साहिब दी बाणी नू बाणी कहना ते दसम पातशाह दे बोलां नू बाणी ना कहना, इहदी सजा ते होवेगी ना। फिर खुदा ते नाराज होवेगा ना भी बोल मेरे सन, मैं शरीर बदल के वख-वख शरीरां राही ये बोल दुनिया ते लैके आया। तुसीं आखो भी पहले 5 शरीरां दे बोल असीं मंनदे हाँ, 10वें दे बोल नहीं मंनदे, फिर न्याय नहीं है, ये फिर सच्ची बात नहीं है। यही शंका कढ़न लई गुरु ग्रंथ साहिब ने ऐलान कर दिता सी। उन्हां नहीं आख्या भी पहले 5 गुरुआं दी बाणी नू ही बाणी मनना है। कहंदे 10 पातशाहियां दे मुखार विचों जो भी बचन निकलदे ने, जो भी ओ बोल बोलदे ने, बाणी गुरु गुरु है बाणी विच बाणी अमृत सारे, गुरबाणी कहे सेवक जन मानै परतख गुरु, निस्तारे जो खुदा दे 10 जामिया राही बोल आए ने, वो बाणी ही अखवावेगी। भावें साडे सिर दे ताज साडे इष्ट देव गुरु ग्रंथ साहिब दे विच लिखे हुए बोल ने, जां श्री दसम दे विच लिखे बोल ने, जां सरबलो दे अंदर लिखे बोल ने, ये बाणी ही अखवाउणगे। और बाणी अते गुर इतिहास की कथा इन्हां दे लई ही धर्मशालावां गुरु घर प्रचार प्रसार करन दे केंद्र ने, जिथे बाणी बाणे अते इतिहास की गल चलनी चाहिदी है। उसे लड़ी दे तहत शब्द हजारे पातशाही 10वीं की कथा आपां आरंभ कर रहे हाँ। याद रखियो गुरु पातशाह दे बोलां विच कदे भेदभाव सिख नहीं करता, कदे मन दे विच शंका नहीं लैके आउंदा। जो गुरु नानक साहिब दे जपजी साहिब दी बरकत है, उही जाप साहिब विच बरकत है। ये कदे भी मन विच शंका नहीं लैके आउणा भी कोई ना इहदे विच कोई अंतर होवेगा नहीं। ठीक है, एक ताज दा अंतर है, जिवें राजे दे 3 काके होण ते वड्डे नूं ताज मिल जांदा, पर
ਬਲੱਡ ਲਾਈਨ ਇੱਕੋ ਹੀ ਹੈ, ਤਿੰਨਾਂ ਵਿੱਚ ਲਹੂ ਇੱਕੋ ਹੀ ਹੈ। ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕੋਲ ਤਾਜ ਹੈ, ਪਰ ਬਾਣੀ ਦੀਆਂ ਰਗਾਂ ਵਿੱਚ ਲਹੂ ਸਾਡੇ ਕਲਗੀਧਰ ਬਾਪੂ ਦਾ ਹੀ ਵਹਿੰਦਾ ਹੈ। ਇਹਨਾਂ ਖਿਆਲ ਰੱਖਣਾ ਹੈ। ਜਿਸ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਤੋਂ ਲੈ ਕੇ ਗੁਰੂ ਅਰਜਨ ਸਾਹਿਬ, ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਦਾ ਅਦਬ ਹੈ, ਇਸੇ ਤਰ੍ਹਾਂ 10 ਪਾਤਸ਼ਾਹੀਆਂ ਦੇ ਜਿਹੜੇ ਬੋਲ ਨੇ ਉਹਨਾਂ ਤੇ ਸਿੱਖ ਅਕੀਦਾ ਰੱਖਦਾ ਹੈ, ਭਰੋਸਾ ਰੱਖਦਾ ਹੈ, ਸਿਜਦਾ ਕਰਦਾ ਹੈ। ਔਰ ਜਿਹੜੀ ਰਹਿਤਨਾਮਿਆਂ ਦੀ ਗੱਲ ਹੈ ਨਾ, ਰਹਿਤਨਾਮਿਆਂ ਵਿੱਚ ਜੇ ਤੁਸੀਂ ਇਸ ਗੱਲ ਦਾ ਜਵਾਬ ਲੈਣਾ ਹੋਵੇ ਵੀ ਸਿੱਖ ਕੌਣ ਹੈ, ਤੇ ਸਿੱਖ ਦੀ ਤਾਰੀ ਦੇ ਵਿੱਚ ਇਹ ਧਿਆਨ ਨਾਲ ਪੜ੍ਹ ਲਿਓ ਵੀ ਜੋ ਇਸਤਰੀ ਜਾਂ ਪੁਰਸ਼ ਇੱਕ ਅਕਾਲ ਪੁਰਖ 10 ਗੁਰੂ ਸਾਹਿਬਾਨਾਂ ਸ੍ਰੀ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ, ਸ੍ਰੀ ਗੁਰੂ ਗ੍ਰੰਥ ਸਾਹਿਬ ਤੱਕ 10 ਪਾਤਸ਼ਾਹੀਆਂ ਦੀ ਬਾਣੀ ਤੇ ਭਰੋਸਾ ਰੱਖਦਾ ਹੈ। ਇੱਥੇ 10 ਪਾਤਸ਼ਾਹੀਆਂ ਲਿਖਿਆ, 5 ਜਾਂ 6 ਪਾਤਸ਼ਾਹੀਆਂ ਨਹੀਂ। ਜਿਹੜਾ 10 ਪਾਤਸ਼ਾਹੀਆਂ ਦੀ ਬਾਣੀ ਤੇ ਭਰੋਸਾ ਰੱਖਦਾ ਹੈ, ਹੋਰ ਕਿਸੇ ਧਰਮ ਨੂੰ ਨਹੀਂ ਮੰਨਦਾ, ਖੰਡੇ ਦੀ ਪੌਲ ਛਕਦਾ ਹੈ, 5 ਕਕਾਰੀ ਹੈ, ਉਹ ਸਿੱਖ ਹੈ। ਜਿਹੜਾ ਬਾਣੀ ਬਾਣੇ ਤੇ ਤਰਕ ਕਰਦਾ ਹੈ ਉਹ ਤੇ ਸਿੱਖ ਹੀ ਨਹੀਂ ਹੈ, ਉਹਦਾ ਤੇ ਸਾਡਾ ਕੋਈ ਮਸਲਾ ਨਹੀਂ ਹੈ, ਉਹਦਾ ਤੇ ਰਸਤਾ ਹੀ ਹੋਰ ਹੈ। ਹਾਂ, ਵੇਖਣ ਨੂੰ ਉਹ ਸਾਡੇ ਵਰਗਾ ਲੱਗ ਸਕਦਾ, ਪਰ ਉਹ ਸਿੱਖ ਨਹੀਂ ਹੈ ਜਿਹੜਾ ਬਾਣੀ ਤੇ ਬਾਣੇ ਤੇ ਤਰਕ ਕਰੇ। ਯਾਦ ਰੱਖਿਓ, ਦੀਨ ਦੁਨੀਆ ਦੇ ਮਾਲਕ ਦੀ ਜੋ ਬਾਣੀ ਹੈ ਕਿਵੇਂ ਮੰਨਣੀ ਹੈ? ਸਤਿਗੁਰੂ ਕੀ ਬਾਣੀ ਸਤ ਸਤ ਕਰ ਜਾਣੋ ਗੁਰ ਸਿੱਖੋ। ਸਤਿਗੁਰ ਕੀ ਇੱਥੇ ਹੁਣ ਸਤਿਗੁਰ ਤੇ 10 ਪਾਤਸ਼ਾਹੀਆਂ ਨੂੰ ਅਸੀਂ ਕਹਿੰਦੇ ਆ। ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰ ਸਿੱਖੋ, ਹਰ ਕਰਤਾ ਆਪ ਮੋਹ ਹੋ ਕਢਾਏ। ਪਰਮਾਤਮਾ ਆਪ ਉਹਨਾਂ ਦੇ ਰਾਹੀਂ ਬਾਣੀ ਦੁਨੀਆ ਤੇ ਭੇਜ ਰਿਹਾ ਹੈ। ਮੈਂ ਫਿਰ ਪੜ੍ਹ ਦਵਾਂ, ਕਾਦੇ ਲਈ? ਧੁਰ ਕੀ ਬਾਣੀ ਆਈ ਜਿਨ ਸਗਲੀ ਚਿੰਤ ਮਿਟਾਈ, ਸਰਬ ਰੋਗ ਕਾ ਔਖਦ ਨਾਮ। ਭਾਵੇਂ ਤਨ ਦੇ ਰੋਗ ਨੇ, ਭਾਵੇਂ ਮਨ ਦੇ ਰੋਗ ਨੇ, ਨਿਵਰਤੀ ਲਈ ਪਾਤਸ਼ਾਹ ਦੁਨੀਆ ਤੇ ਬਾਣੀ ਭੇਜ ਰਹੇ ਨੇ। ਲਿਬਾਸ 10 ਤਾਰੇ ਗਏ, ਵਿਚਾਰ ਉਹੀ ਹੈ, ਬੋਲ ਉਹੀ ਨੇ, ਸ਼ਬਦ ਉਹੀ ਸਨ। ਆਓ ਇਕਾਗਰਤਾ ਬਣਾਈਏ, ਅਰਥਾਂ ਦੀ ਵਿਆਖਿਆ ਆਪਣੀ ਤੁਸ਼ ਬੁੱਧੀ ਅਨੁਸਾਰ ਦਾਸ ਕਰਨ ਦਾ ਯਤਨ ਕਰੇ। ਸ਼ਬਦ ਹਜ਼ਾਰੇ ਪਾਤਸ਼ਾਹੀ 10ਵੀਂ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਰਾਮ ਕਲੀ ਪਾਤਸ਼ਾਹੀ 10ਵੀਂ, ਰੇ ਮਨ ਐਸੋ ਕਰ ਸੰਿਆਸਾ, ਬਨ ਸੇ ਸਦਨ ਸਭੈ ਕਰ ਸਮਝੋ, ਮਨ ਹੀ ਮਾਹੇ ਉਦਾਸਾ। ਦੇਖੋ, ਇੱਥੇ ਮਨ ਨੂੰ ਸੰਬੋਧਿਤ ਕੀਤਾ ਗਿਆ ਹੈ। ਯਾਦ ਰੱਖਿਓ, ਸ਼ਬਦ ਹਜ਼ਾਰੇ, ਹਜ਼ਾਰ ਦਾ ਅਰਥ ਕੀ ਹੈ? ਉਹ ਸ਼ਬਦ ਜਿਨ੍ਹਾਂ ਦਾ ਹਜ਼ਾਰਾਂ ਗੁਣਾ ਫਲ ਮਿਲੇਗਾ। ਹੁਣ ਇੱਥੇ ਵੀ ਕਈ ਕਿੰਤੂ ਕਰ ਦਿੰਦੇ ਨੇ ਵੀ ਇਹ ਹਜ਼ਾਰਾਂ ਗੁਣਾ ਫਲ ਕੀ ਹੁੰਦਾ ਹੈ, ਸਮਝ ਨਹੀਂ ਰਿਹਾ ਇਹ ਤੋਂ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ, ਗੁਰ ਰਸਨਾ ਅੰਮ੍ਰਿਤ ਬੋਲਦੀ, ਗੁਰ ਰਸਨਾ ਅੰਮ੍ਰਿਤ ਬੋਲਦੀ, ਹਰ ਨਾਮ ਸੁਹਾਵੀ। ਗੁਰੂ ਪਾਤਸ਼ਾਹ ਦੇ ਮੁਖਾਰ ਬਿੰਦ ਤੋਂ, ਗਲੂਏ ਮੁਬਾਰਕ ਤੋਂ ਜੋ ਮਿੱਠੇ ਬੋਲ ਨਿਕਲਦੇ ਨੇ ਗੁਰਬਾਣੀ ਦੇ ਰੂਪ ਵਿੱਚ, ਜਿਨ ਸੁਣ ਸਿੱਖਾ ਗੁਰ ਮੰਨਿਆ। ਜਿਨ ਸੁਣ ਗੁਰ ਸਿੱਖਾ ਗੁਰ ਮੰਨਿਆ, ਤਿੰਨਾ ਭੁੱਖ ਸਭ ਜਾਵੀ। ਜਿਨ੍ਹਾਂ ਨੇ ਉਹ ਅੰਮ੍ਰਿਤਮਈ ਬੋਲ ਸੁਣ ਲਏ, ਮਨ ਵਿੱਚ ਵਸਾ ਲਏ, ਤਿੰਨਾਂ ਉਹਨਾਂ ਮਹਾਪੁਰਸ਼ਾਂ ਦੇ ਬਾਰੇ, ਤਿੰਨਾਂ ਭੁੱਖ ਸਭ ਜਾਵੀ। ਉਹਨਾਂ ਦੀਆਂ ਸਭ ਭੁੱਖਾਂ ਹੀ ਮਿਟ ਗਈਆਂ, ਫਲਾਂ ਦੇ ਨਾਲ ਝੋਲੀਆਂ ਭਰ ਗਈਆਂ। ਫਲ ਕੀ ਹੈ? ਜੋ ਮੰਗਦੇ ਹੋ ਝੋਲੀ ਪੈ ਜਾਵੇ। ਹੁਣ ਜਿੰਨੇ ਤਰ੍ਹਾਂ ਦੇ ਲੋਕ ਹੋ, ਉਹਨੇ ਤਰ੍ਹਾਂ ਦੀਆਂ ਮੰਗਾਂ ਨੇ। ਤੁਹਾਡੀਆਂ ਮੰਗਾਂ ਕੁਝ ਹੋਰ ਨੇ, ਮੇਰੀਆਂ ਹੋਰ ਨੇ, ਪਰ ਸਭ ਦੀਆਂ ਝੋਲੀਆਂ ਭਰ ਦਿੰਦਾ ਹੈ। ਕਹਿੰਦੇ ਬਾਣੀ ਪੜ੍ਹੀਏ ਨਾ, ਸ਼ਬਦ ਹਜ਼ਾਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਵੀ ਨੇ, 10 ਬਾਣੀ ਦੇ ਅੰਦਰ ਵੀ ਨੇ। ਉਹਨਾਂ ਸ਼ਬਦਾਂ ਦਾ ਹਜ਼ਾਰਾਂ ਗੁਣਾ ਫਲ ਹੈ। ਅਗਰ ਇਹ ਬਾਣੀ ਪੜ੍ਹੀਏ ਨਾ ਤੇ ਖੁਦਾ ਝੋਲੀਆਂ ਭਰਦਾ ਹੈ।
ਬਰਕਤਾਂ ਬਖਸ਼ਦਾ ਹੈ, ਸੰਤੋਖ ਬਖਸ਼ਦਾ ਹੈ, ਭੁੱਖਾਂ ਲਾ ਦਿੰਦਾ ਹੈ। ਇੱਥੇ ਮਹਾਰਾਜ ਕਹਿੰਦੇ ਨੇ ਭੁੱਖ ਸਭ ਜਾਵੀ, ਤਿੰਨਾ ਭੁੱਖ ਸਭ ਜਾਵੀ, ਜਿਨ ਸੁਣ ਸਿੱਖਾ ਗੁਰ ਮੰਨਿਆ। ਜਿਨ੍ਹਾਂ ਮੰਨਿਆ ਹੈ, ਜਿਹੜੇ ਬਾਣੀ ਨੂੰ ਮੰਨਦੇ ਨਹੀਂ ਉਹਨਾਂ ਦੀ ਭੁੱਖ ਨਹੀਂ ਲੱਥੀ, ਨਾ ਲਵੇਗੀ। ਜਿਨ੍ਹਾਂ ਨੇ ਬਾਣੀ ਨੂੰ ਮੰਨ ਲਿਆ ਉਹਨਾਂ ਨੂੰ ਹਜ਼ਾਰਾਂ ਗੁਣਾ ਫਲ ਮਿਲਣਗੇ, ਕਿਉਂਕਿ ਬਾਣੀ ਪੜ੍ਹ ਕੇ ਜਿਨ੍ਹਾਂ ਨੂੰ ਖੁਦਾ ਪ੍ਰਾਪਤ ਹੋ ਗਿਆ ਉਹਨਾਂ ਦੇ ਘਰ ਵਿੱਚ ਕਮੀ ਨਹੀਂ ਰਹਿੰਦੀ। ਫਿਰ ਜਿੱਥੇ ਰਾਜਾ ਆ ਜਾਵੇ ਉੱਥੇ ਵਸਤੂਆਂ ਖਜ਼ਾਨੇ ਨਾਲ ਹੀ ਆ ਜਾਂਦੇ ਨੇ। ਸ਼ਬਦ ਹਜ਼ਾਰੇ, ਦੂਸਰਾ ਅਰਥ ਸਮਝਿਓ ਇਹਦਾ, ਹਜ਼ਾਰੇ ਹਿਜਰ। ਇੱਥੇ ਪੁਰਾਤਨ ਸਨਾਤਨ ਮਹਾਪੁਰਸ਼ ਇਹ ਅਰਥ ਕਰਦੇ ਨੇ ਉਹ ਸ਼ਬਦ ਜਿਹੜੇ ਹਿਜਰ ਵਿੱਚ ਪੈਦਾ ਹੋਏ। ਹਿਜਰ ਕੀ ਹੈ? ਵੈਰਾਗ, ਵਿਛੋੜੇ ਦੀ ਤੜਪ, ਖੁਦਾ ਦੇ ਵੈਰਾਗ ਵਿੱਚ, ਖੁਦਾ ਦੀ ਤੜਪ ਵਿੱਚ ਗਾਏ ਗਏ ਸ਼ਬਦ, ਬੋਲੇ ਗਏ ਸ਼ਬਦ, ਵੈਰਾਗਮਈ ਸ਼ਬਦ ਹਿਜਰ ਲਫ਼ਜ਼ ਅਰਬੀ ਦਾ ਹੈ। ਤੇ ਹਿਜਰ ਦਾ ਮਤਲਬ ਹੁੰਦਾ ਜੁਦਾਈ, ਵਿਛੋੜਾ, ਵਿਯੋਗ। ਜਿਵੇਂ ਇੱਕ ਇਸਤਰੀ ਦਾ ਪਤੀ ਉਹਦੇ ਪਾਸੋਂ ਵਿਛੜ ਜਾਵੇ ਤੇ ਵਿਯੋਗ ਵਿੱਚ ਗੀਤ ਗਾਉਂਦੀ ਹੈ, ਇਦਾਂ ਸਾਡਾ ਸਾਰਿਆਂ ਦਾ ਪਤੀ ਪਰਮੇਸ਼ਰ ਖੁਦਾ ਹੈ, ਗੁਰੂ ਨਾਨਕ ਨਿਰੰਕਾਰੀ ਹੈ। ਉਹ ਸਾਡੇ ਨੇੜੇ ਤੇ ਹੈ, ਸਾਡੇ ਅੰਦਰ ਕਹਿ ਰਵਿਦਾਸ ਹਾਥ ਪੈ ਨੇੜੇ, ਪਰ ਅਗਿਆਨਤਾ ਦੀ ਕੰਧ ਕਰਕੇ ਦੂਰ ਮਹਿਸੂਸ ਹੁੰਦਾ ਹੈ। ਔਰ ਇਸ ਦੂਰੀ ਕਰਕੇ ਜੋ ਵੈਰਾਗ ਪੈਦਾ ਹੋਵੇ ਵੀ ਮੈਨੂੰ ਦਿਦਾਰੇ ਨਹੀਂ ਦਿੰਦਾ, ਦਰਸ਼ਨ ਦੇ ਦਵੇ ਪਤੀ ਪਰਮੇਸ਼ਰ, ਜੋ ਬਚਨ ਨਿਕਲਦੇ ਨੇ ਹਿਜਰ ਦੇ ਸ਼ਬਦ, ਹਿਜਰ ਦੇ ਬੋਲ, ਵੈਰਾਗ ਦੇ ਬੋਲ। ਜਿਵੇਂ ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ, ਬਿਲਪ ਕਰੈ ਚਾਤ੍ਰਿਕ ਕੀ ਨਿਆਈ। ਇਹ ਸ਼ਬਦ ਹਜ਼ਾਰੇ ਗੁਰੂ ਗ੍ਰੰਥ ਸਾਹਿਬ ਵਿੱਚ ਨੇ। ਇਸੇ ਤਰ੍ਹਾਂ ਇਹ ਸ਼ਬਦ ਹਜ਼ਾਰੇ ਦਸਮ ਬਾਣੀ ਦੇ ਵਿੱਚ ਨੇ। ਦੀਨ ਦੁਨੀਆ ਦੇ ਮਾਲਕ ਪਹਿਲਾਂ ਮੰਗਲ ਕਰਦੇ ਨੇ। ਜਿਹੜੇ ਵੀਰ ਕਈ ਵਾਰ ਸਾਡੇ ਮਨਾਂ ਵਿੱਚ ਸ਼ੰਕਾ ਉਤਪਤ ਕਰਦੇ ਨੇ ਵੀ ਸ਼ਾਇਦ ਇਹ ਸਨਾਤਨ ਕਿਸੇ ਸੰਤ ਦੀ, ਕਿਸੇ ਹਿੰਦੂ ਵੀਰ ਦੀ ਰਚਨਾ ਹੈ, ਕਿਸੇ ਰਾਮ ਸ਼ਾਮ ਕਵੀ ਦੀ ਰਚਨਾ ਹੈ। ਅਗਰ ਕੋਈ ਰਾਮ ਸ਼ਾਮ ਕਵੀ ਹੁੰਦਾ, ਅਗਰ ਕਿਸੇ ਹਿੰਦੂ ਵੀਰ ਦੀ ਰਚਨਾ ਹੁੰਦੀ, ਇੱਥੇ ਮੰਗਲ ਆਰੰਭਤਾ ਵਿੱਚ ਸ੍ਰੀ ਗਣੇਸ਼ ਦਾ ਜਾਂ ਸਰਸਵਤੀ ਦਾ ਆਉਣਾ ਸੀ। ਪਰ ਮਹਾਰਾਜ ਬਾਣੀ ਲਿਖਣ ਲੱਗੇ ਉਹੀ ਮੰਗਲ ਕਰ ਰਹੇ ਨੇ ਜੋ ਪਹਿਲੇ 5 ਜਾਮਿਆਂ ਵਿੱਚ ਤੇ 9ਵੇਂ ਜਾਮੇ ਗੁਰੂ ਤੇਗ ਬਹਾਦਰ ਸਾਹਿਬ ਦੇ ਰੂਪ ਵਿੱਚ ਕੀਤੇ ਨੇ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਪਣੇ ਇਸ਼ਟ ਨੂੰ ਕਵੀ ਹਮੇਸ਼ਾ ਯਾਦ ਕਰਕੇ ਰਚਨਾ ਕਰਦਾ ਹੈ, ਤੇ ਜਿਨ੍ਹਾਂ ਦਾ ਇਸ਼ਟ ਗਣੇਸ਼ ਹੈ ਉਹ ਸ੍ਰੀ ਗਣੇਸ਼ ਦੀ ਗੱਲ ਕਰਨਗੇ, ਉਹਦੇ ਤੋਂ ਆਗਿਆ ਲੈਣਗੇ। ਜਿਨ੍ਹਾਂ ਦਾ ਇਸ਼ਟ ਮਾਤਾ ਸਰਸਵਤੀ ਹੈ ਉਹਦੀ ਆਗਿਆ ਲੈਣਗੇ। ਪਾਤਸ਼ਾਹ ਕਹਿੰਦੇ ਸਾਡਾ ਇਸ਼ਟ ਕਰਤਾ ਹੈ, ਕ੍ਰਿਤ ਨਹੀਂ, ਕਰਨਹਾਰ ਖੁਦਾ ਪਰਮੇਸ਼ਰ ਹੈ। ਇੱਕ ਓੰਕਾਰ, ਉਹ ਇੱਕ ਹੈ, ਅਦਵੈਤ ਰੂਪ ਹੈ, ਸਭਨਾ ਦਾ ਪ੍ਰਕਾਸ਼ਕ ਹੈ, ਸਭਨਾ ਦੀ ਰੋਜ਼ੀ ਰੋਟੀ ਦੀ ਕਾਰ ਉਹਦੇ ਹੱਥ ਵਿੱਚ ਹੈ। ਇੱਥੋਂ ਤੱਕ ਓੰ ਜਿਹੜੇ 3 ਮਹਾਨ ਦੇਵਤਿਆਂ ਚੋਂ ਮਹਾਦੇਵ ਸ਼ਿਵ ਜੀ, ਬ੍ਰਹਮਾ, ਵਿਸ਼ਨੂੰ ਨੇ, ਉਹ ਵੀ ਤਿੰਨੇ ਉਹਦੀ ਸੇਵਾ ਵਿੱਚ ਰਹਿਣ ਵਾਲੇ ਨੇ। ਦੀਨ ਦੁਨੀਆ ਦੇ ਮਾਲਕ ਕਹਿੰਦੇ ਉਹ ਸਤ ਹੈ, ਸਤ ਸਰੂਪ ਹੈ, ਆਦ ਅੰਤ ਇੱਕ ਹੈ, ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ। ਆਦ ਤੋਂ ਅੰਤ ਤੱਕ ਰਹਿਣ ਵਾਲਾ ਹੈ। ਗੁਰ ਅਗਿਆਨਤਾ ਦਾ ਹਨੇਰਾ ਖਾ ਜਾਂਦਾ ਹੈ, ਗਿਆਨ ਬਖਸ਼ਦਾ ਹੈ। ਪ੍ਰਸਾਦ ਬੜਾ ਕਿਰਪਾਲੂ ਹੈ, ਬੜਾ ਦਿਆਲੂ ਹੈ, ਜਾਂ ਇਉਂ ਸਮਝ ਲਓ ਉਹ ਇੱਕ ਓੰਕਾਰ ਪ੍ਰਭੂ ਪਰਮੇਸ਼ਰ ਸਤਿਗੁਰ ਪ੍ਰਸਾਦ। ਗੁਰੂ ਨਾਨਕ ਪ੍ਰਸੀਜ ਜਾਣ, ਗੁਰੂ ਨਾਨਕ ਸਾਡੇ ਤੇ ਦਇਆ ਕਰਨ, ਸਾਡੇ ਤੇ ਭਿੱਜ ਜਾਣ, ਤਰੁੱਠ ਜਾਣ, ਤੇ ਉਹਨਾਂ ਦੇ ਪ੍ਰਸਾਦ ਸਦਕਾ ਪ੍ਰਮਾਤਮਾ ਮਿਲਦਾ ਹੈ। ਇਉਂ ਸਮਝ ਲਓ ਉਹਨਾਂ ਦਾ ਨਿਰਗੁਣ ਸਰੂਪ ਹੈ। ਗੁਰੂ ਨਾਨਕ ਮਿਲ ਪਏ ਤੇ ਖੁਦਾ ਮਿਲ ਪਿਆ। ਰਾਮ ਕਲੀ ਪਾਤਸ਼ਾਹੀ ਦਸਵੀਂ, ਇਹ ਰਾਗ ਹੈ। ਰਾਮ ਕਲੀ ਰਾਗ ਦੇ ਅੰਦਰ ਪਾਤਸ਼ਾਹੀ ਦਸਵੀਂ, ਪਹਿਲੀਆਂ 9 ਪਾਤਸ਼ਾਹੀਆਂ ਨੇ ਮਹੱਲਾ ਲਫ਼ਜ਼ ਵਰਤਿਆ ਹੈ, ਪ੍ਰੇਮ ਦਾ ਪ੍ਰਤੀਕ। ਕਲਗੀਧਰ ਪਾਤਸ਼ਾਹ ਨੇ ਵੀਰ ਰਸ ਪੈਦਾ ਕਰਨਾ ਸੀ, ਪਾਤਸ਼ਾਹ ਲਫ਼ਜ਼ ਵਰਤਿਆ ਹੈ। ਹਰ ਸ਼ਬਦ ਦੇ ਵਿੱਚੋਂ ਅੰਗਾਰੇ ਬਲਦੇ ਮਹਿਸੂਸ ਹੁੰਦੇ ਨੇ। ਅਵਰ ਬਾਸਨਾ ਨਾਹੇ ਪ੍ਰਭ, ਧਰਮ ਯੁੱਧ ਕੇ ਚਾਹੇ, ਜੋਸ਼ ਪੈਦਾ ਹੋਵੇ
ਤੇ ਪਾਤਸ਼ਾਹ ਉਹ ਹੁੰਦਾ ਪਾਤ ਅਰਬੀ ਫਾਰਸੀ ਦਾ ਲਫ਼ਜ਼ ਹੈ, ਤਖਤ ਨੂੰ ਕਹਿੰਦੇ ਨੇ, ਤੇ ਸ਼ਾਹ ਜੋ ਤਖਤ ਦਾ ਮਾਲਕ ਹੈ, ਨਾਨਕ ਨਿਰੰਕਾਰੀ ਦੇ ਤਖਤ ਦਾ ਮਾਲਕ ਹੈ ਗੁਰੂ ਗੋਬਿੰਦ ਸਿੰਘ ਸੱਚਾ ਪਾਤਸ਼ਾਹ। ਪਾਤਸ਼ਾਹੀ ਦਸਵੀਂ ਰੇ ਮਨ ਐਸੋ ਕਰ ਸੰਨਿਆਸਾ। ਆਖਣ ਲੱਗੇ, ਹੇ ਮਨ, ਸੰਨਿਆਸ ਲੈਣਾ ਹੈ ਨਾ ਤੇ ਇਹਨਾਂ ਵਸਤੂਆਂ ਤੋਂ ਲੈ, ਕਿਨਾਰਾ ਕਰਨਾ ਹੈ ਤੇ ਇਹਨਾਂ ਕੁਕਰਮਾਂ ਤੋਂ ਵਿਕਾਰਾਂ ਤੋਂ ਕਰ। ਉਹ ਕਿਹੜੇ ਨੇ? ਧਿਆਨ ਦਿਓ, ਅੱਗੇ ਪਾਤਸ਼ਾਹ ਜ਼ਿਕਰ ਕਰਨਗੇ। ਕਹਿੰਦੇ ਜੇ ਕਿਨਾਰਾ ਕਰਨਾ ਹੈ ਤੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਕਰ, ਮੈਂ ਤੋਂ ਕਰ, ਮੇਰੀ ਤੋਂ ਕਰ। ਪਰ ਸੰਨਿਆਸੀ ਸੀ, ਕਰਦੇ ਸਨ, ਮਨ ਨੂੰ ਕਾਬੂ ਨਹੀਂ ਸਨ ਕਰਦੇ, ਵਿਕਾਰਾਂ ਤੋਂ ਕਿਨਾਰਾ ਨਹੀਂ ਸਨ ਕਰਦੇ। ਕਿਨਾਰਾ ਕਰਦੇ ਸਨ ਘਰ ਨੂੰ ਛੱਡ ਦੇਣਾ, ਘਰ ਤੋਂ ਕਿਨਾਰਾ ਕਰ ਲੈਣਾ, ਘਰ ਵਾਲੀ ਤੋਂ ਕਿਨਾਰਾ ਕਰ ਲੈਣਾ, ਬੱਚਿਆਂ ਤੋਂ ਕਿਨਾਰਾ, ਜਾਇਦਾਦ ਤੋਂ ਕਿਨਾਰਾ, ਵੀ ਘਰ-ਬਾਰ ਛੱਡ ਕੇ ਸਨਾਤਨ ਮਤੀਏ ਲੋਕ ਸੰਨਿਆਸ ਨੂੰ ਬੜਾ ਉੱਤਮ ਸਮਝਦੇ ਸਨ, ਜੰਗਲਾਂ ਦੇ ਵਿੱਚ ਚਲੇ ਜਾਣਾ। ਸ਼ਾਇਦ ਪਰਿਵਾਰ ਬੰਧਨ ਸਰੂਪ ਹੈ, ਸ਼ਾਇਦ ਪਰਿਵਾਰ ਵਿੱਚ ਰਹਿੰਦਿਆਂ ਖੁਦਾ ਦੀ ਪ੍ਰਾਪਤੀ ਨਾ ਹੋਵੇ ਤੇ ਪਰਿਵਾਰ ਛੱਡ ਕੇ ਜੰਗਲਾਂ ਨੂੰ ਚਲੇ ਜਾਣਾ, ਔਰ ਜੰਗਲਾਂ ਦੇ ਵਿੱਚ ਜਾ ਕਰਕੇ ਬੰਦਗੀ ਕਰਨੀ। ਪਰ ਇਹ ਕਾਹਦਾ ਸੰਨਿਆਸ ਹੈ? ਧਿਆਨ ਦਿਓ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਮਨ, ਇਹ ਸੰਨਿਆਸ ਕਾਹਦਾ ਹੈ? ਇੱਥੇ ਮਨ ਨੂੰ ਸੰਬੋਧਿਤ ਕੀਤਾ ਹੈ, ਕਿਉਂਕਿ ਸਾਰੀ ਖੇਡ ਮਨ ਦੀ ਚੱਲਦੀ ਹੈ। ਬਾਣੀ ਕਾਹਦੇ ਲਈ ਹੈ? ਮੁਕਤੀ ਬਖਸ਼ਣ ਲਈ, ਕਾਮ ਕ੍ਰੋਧ ਰੂਪੀ ਦੁੱਖਾਂ ਦੀ ਨਿਵਰਤੀ ਦੇ ਲਈ, ਮਨ ਅਤੇ ਤਨ ਦੇ ਰੋਗਾਂ ਦੀ ਨਿਵਰਤੀ ਦੇ ਲਈ। ਬਾਣੀ ਇਸੇ ਲਈ ਹੈ ਨਾ। ਜਨ ਨਾਨਕ ਬੋਲੇ ਬ੍ਰਹਮ ਵਿਚਾਰ, ਜੋ ਸੁਣੈ ਕਮਾਵੈ ਸੋ ਉਤਰੈ ਪਾਰ। ਗੁਰੂ ਨਾਨਕ ਪਾਤਸ਼ਾਹ ਦੇ ਬੋਲ ਕਾਹਦੇ ਲਈ ਨੇ? ਉਤਰੈ ਪਾਰ ਕੀ ਹੈ? 84 ਤੋਂ ਨਿਜ਼ਾਕਤ, 84 ਤੋਂ ਮੁਕਤੀ। ਸਤਿਗੁਰ ਬਚਨ ਬਚਨ ਹੈ, ਸਤਿਗੁਰ ਪਾਦਰ ਮੁਕਤ ਜਨਾਵੈ ਗੋ। ਸਤਿਗੁਰੂ ਦੇ ਬਚਨ ਉਹ ਬਚਨ ਨੇ ਜਿਹੜੇ ਮੁਕਤੀ ਦਾ ਰਸਤਾ ਦੱਸਦੇ ਨੇ। ਗੁਰ ਕੀ ਬਾਣੀ ਜਿਸ ਮਨ ਵਸੈ, ਗੁਰ ਕੀ ਬਾਣੀ ਜਿਸ ਮਨ ਵਸੈ, ਦੁੱਖ ਦਰਦ ਸਭ ਤਾਂ ਕਾ ਨਸੈ। ਉਹਨਾਂ ਦੇ ਦੁੱਖ ਅਤੇ ਦਲਿੱਦਰ ਮਿਟ ਗਏ। ਇੱਥੇ ਕੱਲੇ ਮਨ ਦੇ ਰੋਗ ਜਾਂ ਦੁੱਖ ਨਹੀਂ, ਚਿੰਤਾ ਨੂੰ ਹੀ ਕੇਵਲ ਨਹੀਂ ਆਖਿਆ, ਕਹਿੰਦੇ ਤਨ ਦੇ ਰੋਗ ਵੀ ਮਿਟ ਜਾਂਦੇ ਨੇ ਜਿਨ੍ਹਾਂ ਦਾ ਅਕੀਦਾ ਹੈ, ਭਰੋਸਾ ਹੈ। ਫਿਰ ਬਾਣੀ ਕਾਹਦੇ ਲਈ ਹੈ? ਇੱਕ ਦੇ ਰੋਗਾਂ ਦੀ ਨਿਵਰਤੀ ਲਈ ਤੇ ਇੱਕ ਮੁਕਤੀ ਬਖਸ਼ਣ ਲਈ। ਜੀਵਨ ਜਾਚ ਦੀ ਗੱਲ ਜਿਹੜੀ ਹੈ ਨਾ, ਜੀਵਨ ਜਾਚ ਸਿਖਾਉਣ ਲਈ ਦੁਨੀਆ ਵਿੱਚ ਬੜੇ ਟੀਚਰਾਂ ਨੇ ਪੁਸਤਕਾਂ ਲਿਖੀਆਂ ਨੇ। ਬਾਣੀ ਬ੍ਰਹਮ ਦੀ ਪ੍ਰਾਪਤੀ ਲਈ ਹੈ। ਅਕਲ ਤੇ ਸਕੂਲ ਵਿੱਚ ਵੀ ਸਿੱਖ ਲੈਂਦੇ ਹੋ, ਪਰ ਸਕੂਲ ਵਿੱਚ ਖੁਦਾ ਨਹੀਂ ਮਿਲਦਾ, ਖੁਦਾ ਗੁਰੂ ਕੀ ਬਾਣੀ ਰਾਹੀਂ ਮਿਲਦਾ ਹੈ। ਸੋ ਯਾਦ ਰੱਖਿਓ, ਜੀਵਨ ਜਾਚ ਦਾ ਵਿਸ਼ਾ ਜਿਹੜਾ ਹੈ ਨਾ, ਇਹ ਹੋਰ ਹੈ। ਗੁਰੂ ਕੀ ਬਾਣੀ ਬ੍ਰਹਮ ਦੀ ਪ੍ਰਾਪਤੀ ਕਰਵਾਉਂਦੀ ਹੈ। ਜੀਵਨ ਜਾਚ ਲਈ ਬੜੀਆਂ ਕਿਤਾਬਾਂ ਨੇ, ਉਹ ਪੜ੍ਹ ਲਿਆ ਕਰੋ। ਇਹ ਉਹ ਰਸਤਾ ਹੈ ਜਿਹੜਾ ਖੁਦਾ ਦੇ ਤਾਈਂ ਲੈ ਜਾਂਦਾ ਹੈ। ਹੁਣ ਦੀਨ ਦੁਨੀਆ ਦੇ ਮਾਲਕ ਮਨ ਨੂੰ ਸੰਬੋਧਿਤ ਕਰਦੇ ਨੇ। ਮਨ, ਕਰਤੂਤ ਚੰਗੀ ਕਰ, ਵਿਕਾਰਾਂ ਦਾ ਖਹਿੜਾ ਛੱਡ। ਜੋ ਛੱਡਣਾ ਹੈ ਉਹ ਛੱਡ ਨਹੀਂ ਰਿਹਾ, ਘਰ ਛੱਡ ਕੇ ਕੱਖ ਨਹੀਂ ਹੋਵੇਗਾ। ਕਾਮ ਕ੍ਰੋਧ ਲੋਭ ਛੱਡਨੇ ਸੀ, ਉਹ ਜੰਗਲਾਂ 'ਚ ਵੀ ਨਾਲ ਲਈ ਫਿਰਦਾ ਹੈ। ਇੱਕ ਘਰ ਛੱਡਿਆ, ਦੂਜਿਆਂ ਘਰ ਮੰਗਦਾ ਹੈ। ਘਰ ਵਾਲੀ ਘਰ ਛੱਡ ਦਿੱਤੀ, ਦੂਜੇ ਘਰ ਬੀਬੀ ਬੈਠੀ ਹੈ, ਬੁਰੀ ਤੱਕਣੀ ਨਾਲ ਵੇਹਨਾ ਹੈ। ਛੱਡਿਆ ਕੀ ਹੈ ਤੂੰ ਦੱਸ? ਉਹ ਬੱਚੇ ਛੱਡੇ ਸੀ, 4 ਚੇਲੇ ਬਣਾਈ ਬੈਠਾ ਹੈ। ਛੱਡਿਆ ਕੀ ਹੈ ਤੂੰ ਦੱਸ? ਛੱਡਣੀ ਤੇ ਮੈਂ ਸੀ, ਛੱਡਣਾ ਤੇ ਮੇਰਾ ਸੀ, ਛੱਡਣੇ ਤੇ ਵਿਕਾਰ ਸੀ, ਛੱਡੇ ਨਹੀਂ ਗਏ। ਮਨ ਨੂੰ ਕਹਿੰਦੇ ਚੰਗਾ, ਚੰਗਾ ਭਲਾ, ਚੰਗਾ ਭਲਾ ਪਰਿਵਾਰ ਵਿੱਚ ਰਹਿੰਦਾ ਸੀ, ਸਭ ਕੁਝ ਛੱਡ ਆਇਆ ਹੈ। ਕਾਮ ਨਾਲ ਹੈ, ਕਾਮਨਾ ਨਾਲ ਹੈ, ਵਿਕਾਰ ਨਾਲ ਨੇ। ਇਹ ਛੱਡਣੇ ਸਨ। ਜੇ ਘਰੇ ਹੀ ਛੱਡ ਦਿੰਦਾ ਤੇ ਘਰ ਹੀ ਜੰਗਲ ਬਣ ਜਾਂਦਾ। ਘਰੇ ਛੱਡ ਦਿੰਦਾ ਤੇ ਘਰੇ ਹੀ ਪ੍ਰਾਪਤੀ ਹੋ ਜਾਂਦੀ। ਵਿਕਾਰ ਜਿੰਨਾ ਚਿਰ ਮਨ ਦੇ ਭਾਂਡੇ ਵਿੱਚ ਨੇ, ਜੰਗਲ ਵਿੱਚ ਵੀ ਤੇ ਮਨ ਉਹੀ ਹੈ। ਮਨ ਦਾ ਭਾਂਡਾ ਵਿਕਾਰਾਂ ਨਾਲ ਭਰਿਆ ਸੀ, ਜਗ੍ਹਾ ਹੀ ਹੈ ਨਹੀਂ, ਖੁਦਾ ਕਿੱਦਾਂ ਬਵੇਗਾ ਇੱਥੇ? ਮਨ ਦਾ ਭਾਂਡਾ ਖਾਲੀ ਹੁੰਦਾ ਵਿਕਾਰਾਂ ਤੋਂ, ਫੇਰ ਹੀ ਬਹਿੰਦਾ ਨਾ। 84 ਦੇ ਗੇੜ ਚੋਂ ਕੱਢਣ ਲਈ, ਨਿਜ਼ਾਕਤ ਦਿਵਾਉਣ ਲਈ ਮਨ ਨੂੰ ਸੰਬੋਧਿਤ ਕਰਦੇ ਨੇ ਇੱਥੇ ਪਾਤਸ਼ਾਹ।
ਮਨ ਨੂੰ ਸਮਝਾਉਂਦੇ ਨੇ ਪਾਤਸ਼ਾਹ, ਕਿਉਂਕਿ ਸਾਰੀ ਮਨ ਦੀ ਖੇਡ ਹੈ। ਅਗਰ ਮਨ ਸੰਸਾਰ ਵਿੱਚ ਜੁੜਿਆ ਰਿਹਾ ਤੇ ਸੰਸਾਰੀ ਬਣੇਗਾ। 84 ਲੱਖ ਜੂਨ ਹੈ। ਮਨ ਨੂੰ ਸੰਬੋਧਿਤ ਤਾਂ ਕਰਦੇ ਨੇ, ਸੰਸਾਰ ਛੱਡ ਕੇ ਨਿਰੰਕਾਰ ਵਿੱਚ ਜੁੜ ਜਾ। ਤੇ ਜਿਹੜੇ ਨਿਰੰਕਾਰ ਵਿੱਚ ਜੁੜੇ ਨੇ ਉਹੀ ਖੁਦਾ ਦੇ ਦਰ ਤੇ ਪ੍ਰਵਾਨ ਨੇ। ਜਿਵੇਂ ਬਾਣੀ ਵਿੱਚ ਆਉਂਦਾ ਹੈ ਨਾ, ਜਿਨ੍ਹਾਂ ਦਾ ਮਨ ਮਾਇਆ ਵਿੱਚ ਜੁੜ ਗਿਆ, ਅੰਤ ਕਾਲ ਜੋ ਲక్ష్ਮੀ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ ਸਰਪ ਜੋਨ ਵੱਲ ਵੱਲ ਉਤਰੈ। ਜਿਹੜਾ ਮਨ ਮਾਇਆ ਵਿੱਚ ਜੁੜਿਆ ਉਹ ਸੱਪ ਬਣ ਗਿਆ। ਬਾਣੀ ਅੰਤਰਮੁਖੀ ਵੀ ਹੈ ਤੇ ਬਾਹਰਮੁਖੀ ਵੀ ਹੈ। ਜਿਹੜਾ ਜੀਵਨ ਕਰਕੇ ਬੜਾ ਜ਼ਹਿਰੀਲਾ ਕਰੋਧੀ ਹੈ ਉਹ ਅੰਤਰਮੁਖੀ ਤੌਰ ਤੇ ਸੱਪ ਵਰਗਾ ਹੈ। ਤੇ ਕੱਲੇ ਅਰਥ ਅੰਤਰਮੁਖੀ ਨਹੀਂ ਹੁੰਦੇ। ਬਾਣੀ ਨੇ ਕਿਤੇ ਨਹੀਂ ਲਿਖਿਆ ਵੀ ਇਹ ਨਿਰੇ ਅੰਤਰਮੁਖੀ ਨੇ। ਬਾਹਰਮੁਖੀ ਅਰਥ ਇਹ ਹੀ ਹੈ ਵੀ ਜਿਹੜਾ ਮਾਇਆ ਦਾ ਮੋਹ ਕਰਦਾ ਹੈ ਉਹ ਸੱਪ ਬਣ ਜਾਂਦਾ ਹੈ। ਤੇ ਜੇ ਸ਼ੰਕਾ ਹੋਵੇ ਨਾ, ਪੰਜਾਬੀ ਦੇ ਟੀਕੇ ਤੁਸੀਂ ਬੜੇ ਪੜ੍ਹਦੇ ਹੋ। ਸਰਦਾਰ ਮਨਮੋਹਨ ਸਿੰਘ ਨੇ ਇੱਕ ਇੰਗਲਿਸ਼ ਵਿੱਚ ਟੀਕਾ ਕੀਤਾ, ਕਹਿੰਦੇ ਐਟ ਦਾ ਵੈਰੀ ਲਾਸਟ ਮੂਵਮੈਂਟ ਹੀ ਹੈਜ਼ ਥਿੰਕਸ ਆਫ ਦਾ ਵੈਲਥ, at the very last moment he has think of the wealth and dies in such a thought। ਮਾਇਆ ਦੇ ਵਿਚਾਰ ਵਿੱਚ ਮਰ ਗਿਆ। he is born again and again as the serpent species। ਵਾਰ-ਵਾਰ ਸੱਪ ਬਣੇਗਾ, ਇੱਕ ਵਾਰ ਨਹੀਂ। ਏਡੇ ਏਡੇ ਅਸਲੀ ਪ੍ਰੋਫੈਸਰ ਤੇ ਅਰਥ ਮੰਨ ਰਹੇ ਨੇ ਤੇ ਜਿਹੜੇ ਬਨੌਟੀ ਨੇ ਉਹ ਤਰਕ ਕਰ ਰਹੇ ਨੇ। ਕਹਿੰਦੇ ਅੰਦਰ ਦੀ ਗੱਲ ਹੈ, ਬਾਹਰ ਕਿੱਥੇ ਜੂਨਾਂ ਹੁੰਦੀਆਂ ਨੇ। ਅੱਛਾ, ਜੂਨਾਂ ਨਹੀਂ ਹੁੰਦੀਆਂ ਨੇ ਤੇ ਬਾਪੂ ਗੁਰੂ ਗ੍ਰੰਥ ਸਾਹਿਬ ਨੇ ਇਹ ਕਿਉਂ ਆਖਿਆ ਹੈ? ਇਹ ਕਿਉਂ ਆਖਿਆ ਹੈ? ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ। ਆਓ, ਜਿਹੜੇ ਵਾਕਿਆ ਹੀ ਗੁਰਮਤ ਦੇ ਧਾਰਨੀ ਔਰ ਵਾਕਿਆ ਹੀ ਪ੍ਰੋਫੈਸਰ ਨੇ, PhD ਨੇ, ਉਹ ਕਹਿੰਦੇ ਜਿਹੜਾ ਮਾਇਆ ਦਾ ਲਾਲਚੀ ਹੈ he is born again and again as the serpent species। ਉਹ ਵਾਰ-ਵਾਰ ਸੱਪ ਬਣ ਕੇ ਜੰਮਦਾ ਹੈ। ਮਨ ਦੁਨੀਆ ਵਿੱਚ ਜੁੜਿਆ ਤੇ ਦੁਨੀਆ ਤੇ ਜੂਨ ਮਿਲੇਗੀ। ਯਾਦ ਰੱਖੀ, ਮਨ ਨਿਰੰਕਾਰ ਵਿੱਚ ਜੁੜਿਆ, ਸੰਸਾਰ ਵਿੱਚ ਜੁੜਿਆ, ਸੰਸਾਰੀ ਰਵੇਂਗਾ। ਨਿਰੰਕਾਰ ਵਿੱਚ ਜੁੜਿਆ, ਨਿਰੰਕਾਰੀ ਬਣ ਜਾਵੇਂਗਾ। ਐਵੇਂ ਥੋੜੀ ਭਗਤਾਂ ਨੇ ਆਖਿਆ ਹੈ। ਅੰਤ ਕਾਲ ਨਾਰਾਇਣ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ। ਬਦਤ ਤਿਲੋਚਨ ਤੇ ਨਰ ਮੁਕਤਾ ਪੀਤੰਬਰ ਵਾਕੈ ਹਿਰਦੈ ਬਸੈ। ਜਿਹਦੇ ਮਨ ਅੰਦਰ ਸ਼ਬਦ ਦੀ ਚੋਟ ਨਾਲ ਖੁਦਾ ਬਹਿ ਗਿਆ, ਜਿਹਨੂੰ ਮਰਨ ਲੱਗਿਆ ਖੁਦਾ ਦਾ ਧਿਆਨ ਆ ਗਿਆ, ਉਹ ਖੁਦਾ ਦੇ ਦਰ ਤੇ ਸੱਚਖੰਡ ਹੀ ਚਲਿਆ ਗਿਆ। ਜਿਹਨੂੰ ਮਰਨ ਲੱਗਿਆ ਸੰਸਾਰ ਦਾ ਧਿਆਨ ਆ ਗਿਆ, ਉਹ 84 ਲੱਖ ਜੂਨ ਵਿੱਚ ਸੰਸਾਰ ਤੇ ਹੀ ਰਹਿ ਗਿਆ। ਮਨ ਨੂੰ ਤਾਂ ਪ੍ਰਬੋਧਿਆ ਹੈ, ਮਨ ਨੂੰ ਤਾਂ ਸਮਝਾਇਆ ਹੈ ਵੀ ਧਿਆਨ ਦੇ, ਨਿਰੰਕਾਰ ਵੱਲ ਧਿਆਨ ਦੇ, ਸੰਸਾਰ ਵੱਲੋਂ ਧਿਆਨ ਤੋੜ ਲੈ। ਰੇ ਮਨ ਐਸੋ ਕਰ ਸੰਨਿਆਸਾ, ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ। ਗੁਰੂ ਗ੍ਰੰਥ ਸਾਹਿਬ ਵੀ ਕਹਿੰਦੇ, ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ, ਸ਼ਰਨ ਲੈ ਲੈ ਖੁਦਾ ਦੀ, 84 ਦਾ ਗੇੜ ਬੜਾ ਔਖਾ ਹੈ। ਕਿਤੇ ਸੌਖਾ ਹੈ 10 ਮਹੀਨੇ ਮਾਂ ਦੇ ਗਰਭ ਵਿੱਚ ਪੁੱਠੇ ਟੰਗੇ ਰਹਿਣਾ, ਕਿਤੇ ਸੌਖਾ ਹੈ ਬੇਜ਼ੁਬਾਨੇ ਜੀਵਾਂ ਦੀ ਜੋਨੀ ਵਿੱਚ ਆਉਣਾ, ਕਿਤੇ ਸੌਖਾ ਹੈ ਬਲਦ ਹੋ ਕੇ ਡੰਡੇ ਖਾਣੇ, ਖੋਤਾ ਬਣ ਕੇ ਡੰਡੇ ਖਾਣੇ, ਕਿਤੇ ਸੌਖਾ ਪਿਆ ਹੈ ਕੂਕਰ ਬਣ ਕੇ, ਕੁੱਤਾ ਬਣ ਕੇ ਦਰ ਦਰ ਤੇ ਬੋਟੀਆਂ ਮੰਗਦੇ ਫਿਰਨਾ। ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ। ਜੇ 84 ਦੇ ਗੇੜ ਤੋਂ ਬਚਣਾ ਹੈ ਤੇ ਖੁਦਾ ਦੀ ਸ਼ਰਨ ਲੈ, ਖੁਦਾ ਦੇ ਦਰ ਦਾ ਹੋ ਜਾ। ਜਨਮ ਜਨਮ ਕੀ ਇਸ ਮਨ ਕੋਮਲ ਲਾਗੀ, ਕਾਲਾ ਹੋਆ ਜਨਮਾਂ ਜਨਮਾਂਤਰਾਂ ਦੀ ਮੈਲ ਵਿੱਚ ਹੈ। ਰੇ ਮਨ ਐਸੋ ਕਰ ਸੰਨਿਆਸਾ, ਮੈਲ ਤੋਂ ਸੰਨਿਆਸ ਲੈ, ਵਿਕਾਰਾਂ ਦੀ ਮੈਲ ਤੋਂ ਸੰਨਿਆਸ ਲੈ, ਕਾਮ ਕਰੋ ਤੋਂ ਸੰਨਿਆਸ ਲੈ। ਜੰਗਲਾਂ ਵਿੱਚ ਜਾਇਆ ਕੀ ਹੋਵੇਗਾ? ਯਾਦ ਰੱਖਿਓ, ਇਸ ਗੱਲ ਦਾ ਖਿਆਲ ਰੱਖਿਓ। ਗੁਰੂ ਨੇ ਜਾਤ ਪਾਤ ਧਰਮ ਵੇਖ ਕੇ ਉਪਦੇਸ਼ ਨਹੀਂ ਕੀਤਾ। ਜੇ ਮਨ ਦੇ ਰੋਗ ਸਿੱਖ ਨੂੰ ਨੇ ਤੇ ਉਹ ਮੁਸਲਮਾਨ ਵੀਰ ਨੂੰ ਵੀ ਨੇ। ਜਗਤ ਗੁਰੂ ਕਿਉਂ ਹੈ? ਗੁਰੂ ਗ੍ਰੰਥ ਸਾਹਿਬ, ਗੁਰਾਂ ਦੀ ਬਾਣੀ। ਵੇਖੋ, ਤਨ ਦੇ ਰੋਗ ਜਿਹੜੇ ਭਾਰਤ ਵਰਸ਼ ਵਿੱਚ ਨੇ ਉਹ ਅਮਰੀਕਾ ਵਿੱਚ ਵੀ ਨੇ, ਜਿਹੜੇ ਸਿੱਖਾਂ ਨੂੰ ਨੇ ਉਹ ਕ੍ਰਿਸਚਨਾਂ ਨੂੰ ਵੀ ਨੇ। ਤੇ ਡਾਕਟਰ ਇਹ ਥੋੜੀ ਪੁੱਛਦਾ ਤੂੰ ਸਿੱਖ ਆ ਕਿ ਕ੍ਰਿਸਚਨ ਹੈ ਕਿ ਹਿੰਦੂ ਹੈ ਕਿ ਮੁਸਲਮਾਨ ਹੈ, ਬਸ ਰੋਗੀ ਆ ਜੀ, ਦਵਾਈ ਦੇ ਦਿੰਦਾ। ਆ ਜਾ ਗੁਰੂ ਦੇ ਦਰ ਤੇ,
दस अपने मन दे रोग। ये बाणी जिहड़ी है सर्व रोग का औखद नाम, हर एक दा इलाज करन वाली है। समुची मानवता लई उपदेश है, कला सिखां लई नहीं। हर एक दे रोग दी निवृत्ति करन दे लई है। गुरु पुछदा थोड़ी है तू हिंदू है, तू सिख है, तू ईसाई है। उते उपदेश दे रहा है, उते शब्द रूपी दवाई दे रहा है, समुची मानवता नूं बख्श रहा है गुरु पातशाह। खैर, दीन दुनिया दे मालक कहंदे अपने मन नूं समझाओ ते सिद्धे बन्ने लाउणा करो। काम क्रोध लोभ मोह हंकार छड्डने सी, ओ वैरी ने नाम नहीं जपण दिंदे। ओ छड्डे ना गए ते उल्टा घर छड्ड के बह गया है। ते जे घर छड्डिया ही ते दूजिਆਂ ਦੇ घर क्यों मंगदा है? घर ते तू छड्ड दिता है, फिर बह जा चौंकड़ा ला के भाणे विच, खुदा चाहेगा ते रोटी उत्थे मिल जाएगी। घर छड्ड दिता पर होरां दे घर तुरिया फिरदा है। मल के तन करके घर छड्डिया है, मन ते उत्थे ही है ना, घरां 'ਚ ही भटकदा है। घर वाली छड्ड दित्ती, गैरां दे घरां विच इस्त्रियां वल बुरी नज़र रखदा है। बच्चे छड्ड दित्ते, चेले बना लए गए। हुण मुश्किल ये है, जदों किसे नूं मिलदा भी है ना ते कोई पुछे फकीर जी अपने बारे दसो, कहंदा दसां मैं घर वाली छड्ड दित्ती, मैं घर छड्ड दिता, मैं बच्चे छड्ड दिते। वो कहंदा खसमां नूं खाणी मैं ना छड्डी गई, होर सब कुछ छड्ड आया ही। छड्डनी ते मैं, ते जिथे मैं बैठी होवे उत्थे खुदा नहीं जे बहिंदा। जिथे अहंकार बैठा होवे उस मन विच नाम नहीं जे बहिंदा। मैं नाल ही चुकी फिरदा सी। पातशाह कहंदे सन्यास लैना है ते विकारां तो लै रे मन, ऐसो कर सन्यासा। बन से सदन सबै कर समझो मन ही माहे उदासा। सुन आसा, आसा की है? तृष्णा भुख। ते सुन दा मतलब की है? मुक जानी। असल सन्यास ये है, आसा छड्ड दे, मंगा छड्ड दे, लोभ छड्ड दे, लालच छड्ड दे, विकार छड्ड दे। सुन दा मतलब है माया तो रहत अवस्था, जिथे कोई आस ही नहीं रह गई, मंगा ही मुक गईयां ने, उहनूं कहंदे ने असल सन्यास। पर जे जंगल विच जाके भी मंग बनी हुई है, लोकां दे घरों मंगण दी, रूप तकण दी, अखां दी मंग है। लोकां कोलों मंगना है, ढिड भरना है, ढिड दी मंग है। सुगंधियां मानण दी मंगां ते मुक्कियां नहीं, आसा ते मुक्की नहीं। सन्यास काहदा लिया ही? लोभ ते उसे तरह ही कायम है। महाराज कहंदे सन्यास लेना है ते सन्यास वो हुंदा है जिथे आसां मुक जांदियां ने। सुन समाधि विच जिथे चले जाईदा है। हिंदू जगत विच सन्यासियां दा बड़ा अदब सी। किन्हां दा जिहड़े घर छड्ड दिंदे सन, पातशाह कहंदे नहीं, परमात्मा दे दर ते उस सन्यासी दा अदब है जिहड़ा संतोख विच आ गया है, जिन्हें लोभ काम क्रोध मोह छड्ड दित्ते ने। हुण मुकदी गल इह है, मैं छड्डनी है, हंकार छड्डना है। एक घर विच रह के भी छड्डिया जा सकदा है। कहंदे बन से सदन सबै कर समझो मन ही माहे उदासा। आखण लगे घर विच रह रहा है ना, जे जंगली जाके मैं ना छुट्टी ते की करेंगा? कोई गारंटी ते नहीं ना। कईयां दी नहीं छुट्टी, कईयां दी भुख जंगलां विच जाके भी नहीं मिटी। ते जंगलां च जांदे इस लई सन भी मैं ते मेरी छुट जावे। जदों घर वाली बच्चे घर दूर है ते याद नहीं आवेगी, शायद खुदा याद आवेगा। ते पातशाह कहंदे जे घर विच रहिंदा ही उपराम हो जावें, जिवें कमल दा फुल छप्पड़ विच उपराम रहिंदा है। मोह ते फिर माड़ा है भी न्याणे ही चटी जावें, गुरु दा दर भुल जावे। मोह ते फिर माड़ा है घर वाली कोल बैठा रवे, नानक निरंकारी दा दर भुल जावें। माया ते फिर माड़ी है, नोट गिणदा रवे, गुरु नानक दा दर भुल जावे। अगर परिवार दे, इस्त्री दे, बच्चियां दे, कुटुंब दे, पैसे दे, कारोबार दे हुंदियां गुरु हर कृष्ण दा दर नहीं भुला, रोज दीदारे करना है गुरु नानक दे दर ते फिर समझ लई घर विच ही खुदा मिल जावेगा। इउं समझ लो, ये परिवार, ये घर, ये कुटुंब, ये माया, ये जायदाद, कबीर मेरा मुझ में है,
किछ नहीं जो किछ है सो इउं समझ लो खुदा सब कुछ तेरा है। उपरामता हासिल हो जाती है, औखी अवस्था है। कथा करनी ते सुननी सौखी है, अवस्था ये औखी है। खैर फिर भी पातशाह सानू समझाउंदे ने ते किरपा कर देण ते ये अवस्था प्राप्त भी हो जाती है। दीन दुनिया दे मालक कहंदे घर नूं ही जंगल समझ लै। जिवें जंगल विच कुछ तेरा नहीं है समझ लै, घर विच भी कुछ मेरा नहीं है, सब कुछ उस परमात्मा दा है। इउं समझ के जिवें जंगल विच चौंकड़ा लाया सी, उत्ते जानवर तुरे फिरदे ने, होर साधु तुरे फिरदे ने। जदों रिश्ता कोई नहीं है, सांझ कोई नहीं है, मेरा कुछ भी नहीं है, तो घर विच भी समझ लै, घर विच भी समझ ला भी ये जो कुछ भी है तेरा ही है। मैनू ते समा बतीत करन लई ये रिश्ते नाते दिते हुए ने, ये जो कुछ भी है तेरा ही है, इत्थे किसे दा कुछ नहीं है। उपरामता फिर हासिल हो जावेगी। दीन दुनिया दे मालक आखण लगे मन ही माहे उदासा, मन दे विच उदासीनता आवेगी, उपरामता आ जावेगी, घर ही जंगल जापन लग पवेगा। इत्थे विश्राम दिंदे ने रहाओ। और याद रखियो कमल भी ते छप्पड़ दी गंदगी विच रहिंदा सी, जो कमल रहै विच पानी है पर पंखड़ियां नहीं डुबण दिंदा। इदां परिवार विच रहिंदिआं भी जिहड़ा गुरु नानक निरंकारी नूं भुलाउंदा नहीं है, उहदे लई इह कुटुंब, उहदे लई इह परिवार माया दा रूप नहीं है। माया वो है जो तेरे ते गुरु नानक दे दरमियान कंध बन जावे। वो भावें पैसे ने, भावें कारोबार है, भावें बच्चे ने, भावें घरवाली है। जदों गुरु नानक तो दूर हो गया किसी दे कारण उही माया दा रूप है। महाराज आखन लगे रहाओ जत की जटा जोग को मंजन, नेम के नखन बढ़ाओ। पुराने साधु की करदे सी, जटा रखदे सन, सवाह जी मल लैनी वाला नूं, रस्सी वर्गे केस बना लैने ते वेखण नूं लगना भी इन्नी उपरामता है भी शरीर दा ही ज्ञान भुल गए ने, तन दा मोह ही नहीं रहा। खुदा दी याद विच ऐसे जुड़दे ने, सिर नहाउण दा ही वक्त नहीं है, इशनान करन दा ही वक्त नहीं है। वो कहंदे हद हो गई, एडा सोहना बापू ने शरीर दिता है, इहदी देखभाल कर। केस दिते ने, केसां विच कंघा करिया कर। जे केस जे जटा वधाउणियां ही ने ना, ते याद रख जत की जटा अपने इस्त्री दे नाल जत सत कायम रख। एका नारी जती होए, ये जटा वधा, अपना जेड़ा जीवन है जतियां वाला बना। ਇਹਦੇ ਵਿੱਚ ਹੋਰ कदम अगे पुट, उपरामता हासिल कर, विकारां तो बच, काम तो बच, गैरां वल वेख के तेरा मन तिलक ना जावे, इधर नूं लम्मी छलांग ला। ये जटां वधा जो जत दियां ने, जोग को मज्जन। इशनान तीर्थां ते बड़ा करदे ने, कई 2-2 4-4 घंटे विच खलोते रहिंदे ने। कहंदे ठीक है तू इशनान करदा है, असल आखन लगे जत की जटा जोग को मज्जन, नेम के नखन बढ़ावो। आखन लगे नियम विच परपक होना ही नहाउणा है। दीन दुनिया दे मालक कहंदे असल इशनान यही है, जती होना, जत सत विच कायम रहना। असल यही इशनान है। इस्त्री बरत धर्म दे विच परपक रहना, गैर इस्त्री वाल बुरी नजर ना रखनी, इस्त्री गैर मर्द वाल बुरी नजर ना रखे। यही जत दी जठा है, यही असल इशनान है। इहदे नाल अपनी काया नूं, अपने मन नूं इशनान करवाउणा करके इहदे नाल जी इन्हां शुभ गुणां दे नाल, ऐसे शुभ गुणां दे विच भिज जा, सदा गुरमत दा धारनी बन जा, जत दे विच भिजणा कर। अगे हुक्म करदे ने नेम के नखन बढ़ाओ। और ये नेम पक्का चाहिदा है। आ जिहड़े नौ जे वधाई फिरदा इन्हां दी जगह ते ये नेम पक्का कर लै। ये एक दिन दा नेम नहीं है भी एक दिन तू एका नारी जती होए, ऐसा सुभाव बना लिया। महाराज कहंदे जीवन काल विच जिड्डा लम्मा जीवन काल है, विचारां दे ऐसे नौ वधा लै, जत दे ऐसे नौ वधा लै,
ऐसा नेम परपक कर लै, कदे भी बुरी नजर किसे ते नहीं रखेगा, सदा ही बाणी विच इशनान करेगा, जत सत विच परपक रवेगा। इउं महाराज सच्चे पातशाह हुक्म करदे ने अपने गुरसिखां दे लई। आखण लगे 9 ਵਧਾਉਣੇ ने ते नेम विच पक्का हो, यही 9 ਵਧਾਉਣੇ कर। ज्ञान गुरु आत्म उपदेशो, नाम विभूत लगाओ। गुरु कौन है? कहंदे ज्ञान। ज्ञान ही गुरु है। दीन दुनिया दे मालक कहंदे ज्ञान ही गुरु है। ज्ञान किथे है? गुरबाणी विच। गुरबाणी किथे है? गुरु ग्रंथ साहिब विच। ते साडा गुरु कौन होया? श्री गुरु ग्रंथ साहिब। महाराज आखण लगे ज्ञान गुरु आत्म उपदेशो, अपनी आत्मा नू, अपने मन नू ज्ञान गुरु राही, गुरु ग्रंथ साहिब राही उपदेश दे, नाम विभूत लगाओ। ते नाम दी विभूति मल पुराने साधु सवाह मलदे सी। 2-3 फायदे भी ने उहदे। एक दे जंगलां विच रहना, कपड़े कुपड़े विचारियां कोल हुंदे नहीं सी, रोम छिद्र जेड़े ने ढके जाण, ठंड ना लगे ते मोटी जी सवाह मल लैनी। सवाह दे विच ना ते लोई लगे, गर्मियां विच मल लो ते लू नहीं वजदी, गर्मी नहीं बहुती महसूस हुंदी, सर्दियां विच मल लो ते चम नूं सर्दी नहीं लगदी। ते दूसरा एक ध्यान दिओ, होर इहदा फायदा सवाह दा इह है, देखो अंत नूं की होना है? अग बुझ जानी है, सवाह रह जानी है। साधु सवाह तां मलदे ने, साडी काम क्रोध दी अग बुझ गई है। सवाह एक प्रतीक है भी इहदी विकारां दी अग मिट गई है, पर यह जरूरी नहीं है भी जिन्हें सवाह मली है वाकई ही उहदी अग बुझी होवे। फोल के ते वेखियो कई वार विच बड़ियां लकड़ां तपदियां हुंदियां ने, वेखण नूं साध ही हुंदा है। असल सवाह तां मली जांदी सी भी अग बुझ गई है, ना शांति दास रखिया हुंदा ते फोल के वेखियो ते विचों अग्नि दास निकल आउंदा। भांबड़ बलदे हुंदे ने मेरे अरगे दे अंदर। महाराज आखण लगे ओ जे सवाह मलनी है नाम दी मल, नाम दी सवाह मलिया कर। अगे फरमान करदे ने, अल्प आहार सुलभ सी निद्रा दया क्षमा तन प्रीत। रोटी थोड़ी खानी है, शरीर नूं चलदियां रखण लई जे 2 प्रसादियां नाल चलदा है ते चला लवो। बहुता छकोगे सुते रवांगे, सुते रवांगे बाणी नहीं पढ़ी जावेगी। ये गल सियाणे कहंदे ने, याद रखियो। सियाणे महापुरुषां दे ये बोल हुंदे ने भी थोड़ा खाना है ते थोड़ा ही सौना है। परमात्मा याद रहिंदा है, बहुता छक लिया लेटे रहे परमात्मा विसर जाता है। असी खाण लई नहीं जीउंदे, जीउण लई खांदे आ। ये हिसाब ला के रखना है। पर साडा की है, किते विआह दा कार्ड आया होवे, 2 रोटियां दी भुख हुंदी ते 15 छक चाहीदियां ने, असीं ते जिउं ही खाण लई रहे हैं। पर साधु कहंदे ने खाण लई नहीं जीउणा, जीउण लई खाना है। जिन्ने क दे नाल काम चल सके शरीर दा, नींद भी उन्नी कि लो जिहदे नाल शरीर नूं आराम मिल सके, बहुता सौना नहीं है। अल्पहार सुलभ सी निंद्रा दया क्षमा तन प्रीत, सील संतोख सदा निर्बाहे बो, हवैबो त्रिगुण अतीत। और इस तरह दे नाल पातशाह आखण लगे, दया धारो गरीब गुरबे ते दया करो। कोई गाली गलोच करे, बुरा आखे, क्षमा धार लवो, बख्शना सिख लवो। इस करके दीन दुनिया दे मालक ने इत्थे सानू उपदेश बख्शिया है विचारां तो बचाउण दे लई। इत्थों फिर कथा विचार आरंभ करांगे। इत्थे ही दास समाप्ति कर दवे। दीन दुनिया दे मालक दा ये पहला शब्द है ते पहले पदे दी व्याख्या रहाउ तक हुई है। अगे भी जो पहला पद है उहदी व्याख्या हुई है। दूसरे पदे दी अते तीसरे पदे दी कल नूं व्याख्या करांगे जी। गज वज के फतेह बुलाओ। वाहिगुरू जी का खालसा, वाहिगुरू जी की फतेह।